बीजेपी के अंदर एक रौला पै गया, खलल मच गया सीगा कि अगर अंदोलन होर लंबा चल गया, जिस तरीके नाल असीं 22 इलैक्शनां 'च हारे हाँ, इन्हां स्टेटां 'च भी हारांगे। अगर स्टेटां 'च हार गए, यूपी हार गए, साडे हत्थों दिल्ली गई। हजे साडा ये मोर्चा सस्पेंड किया ना कि खत्म होया, क्योंकि हजे सरकार ने साडे नाल वादे कीते है। एक पीसी हुई है, उस प्रैस कानफ्रेंस दे विच बड़ा क्लीयर फैसला लिया सी कि SKM नॉन पोलीटिकल है, नॉन पोलीटिकल ही रहेगा। पीसी दे विच क्लीयर करता सीगा साडे बैठण वाले उन्होंने लीडर साहिबाना ने कि ये मतलब नॉन पोलीटिकल है, ये कोई राजनीति नहीं होएगी। हुण उदों बाद आके पंजाब दे विच राजनीति शुष्ट दा दौर शुरू हो जाता है। कोई पोलीटिकल नहीं आउण दिता। अज ये पोलीटिकल हो गए ने, कल नूं जितण हारन गल वखरी है, लेकिन अगर अज साडे प्रोटेस्ट दे विच शामिल हुंदे है तो इट मीनस कि असीं पोलीटिकल हाँ। पंजाब दीआं बत्तियां दे विच असीं जिहड़े नॉन पोलीटिकल रहण वाले से असीं थोड़े रह गए। ये राजनीति के जाने वाले केरां तो 25 तक पहुँच गई सी गिनती, फिर हौली हौली 22 ते आ गई। हुण 22 चों भी मतलब 3-4 ने मतलब यू टर्न ले लिया, मेरे ख्याल 18-19 तक आ गए। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤਾਂ 3 ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਹੋਇਆ ਸੀਗਾ। ਸਾਲ ਦੇ ਕਰੀਬ ਆ ਜਿਹੜਾ ਅੰਦੋਲਨ ਚੱਲਿਆ ਸੀਗਾ ਤੇ ਉਸ ਅੰਦੋਲਨ ਦੇ ਵਿੱਚੋਂ ਵਿਸਤਾਰ ਹੋਇਆ ਸੀਗਾ ਸੰਯੁਕਤ ਕਿਸਾਨ ਮੋਰਚੇ ਦਾ। ਤਾਂ ਅੰਦੋਲਨ ਬੜਾ ਹੀ ਬਖੂਬੀ ਦੇ ਨਾਲ ਉਸ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਉਹ ਜਿੱਤਿਆ ਗਿਆ। ਤਾਂ ਉਸ ਤੋਂ ਬਾਅਦ 2022 ਦੀਆਂ ਚੋਣਾਂ ਆ ਜਾਂਦੀਆਂ, ਤਾਂ ਉਸੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਕੁਝ ਜਥੇਬੰਦੀਆਂ ਜਿਹੜੀਆਂ ਸਿਆਸਤ ਦੇ ਵਿੱਚ ਉਤਰਦੀਆਂ ਤਾਂ ਆਪਣੀ ਜਿਹੜਾ ਉਸ ਪਾਰਟੀ ਦਾ ਨਾਮ ਰੱਖਦੀਆਂ ਸੰਯੁਕਤ ਸਮਾਜ ਮੋਰਚਾ। ਤਾਂ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਸਮਾਜ ਮੋਰਚਾ ਜਾਣੀ ਕਿ SSM ਤੇ SKM ਦੇ ਵਿੱਚ ਕਾਫੀ ਜਿਹੜਾ ਦੁਵਿਧਾ ਦੇ ਵਿੱਚ ਲੋਕ ਪਾਏ ਜਾ ਰਹੇ ਹੈ। ਕਾਫੀ ਲੋਕਾਂ ਦੇ ਵਿੱਚ ਇਹ ਸੋਚ ਜਿਹੜੀ ਉਹਨਾਂ ਦੇ ਵਿੱਚ ਪੈਦਾ ਹੋ ਗਈ ਹੈ ਕਿ ਆਖਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ ਸੰਯੁਕਤ ਸਮਾਜ ਮੋਰਚਾ ਇਹ ਇੱਕੋ ਹੀ ਹੈ, ਵੀ ਅੰਦਰੋਂ ਇੱਕੋ ਤੌਰ 'ਤੇ ਜਿਹੜਾ ਇਹ ਜਿਹੜਾ ਇਲੈਕਸ਼ਨ ਲੜ ਰਿਹਾ ਹੈ। ਤਾਂ ਇਸ ਸਾਰੇ ਬਾਰੇ ਅਸੀਂ ਵਿਸਤਾਰ ਨਾਲ ਜਾਣਕਾਰੀ ਲਵਾਂਗੇ, ਕਿਉਂਕਿ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਹੈਗੇ ਉਹਨਾਂ ਵੱਲੋਂ ਤੇ ਜਾਂ ਹੋਰ ਕਈ ਜਥੇਬੰਦੀਆਂ ਉਹਨਾਂ ਨੇ ਬਿਲਕੁਲ ਇਸ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਅਸੀਂ ਸਿਆਸਤ ਦੇ ਵਿੱਚ ਨਹੀਂ ਉਤਰਾਂਗੇ, ਨਾ ਉਸ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ ਬਣਾਂਗੇ। ਤਾਂ ਸਾਡੇ ਨਾਲ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਨੇ ਜਗਜੀਤ ਡੱਲੇਵਾਲਾ, ਗੱਲਬਾਤ ਕਰਦੇ ਹਾਂ। ਡੱਲੇਵਾਲਾ ਜੀ, ਲੋਕਾਂ ਦੇ ਵਿੱਚ ਬੜੀ ਜਿਹੜੀ ਦੋ ਚਿੱਤੀ ਹੈ, ਉਹਨਾਂ ਨੂੰ ਇਹ ਲੱਗਦਾ ਕਿ SKM ਤੇ SSM ਦੋਵੇਂ ਇੱਕ ਹੀ ਹੈ। ਥੋੜ੍ਹਾ ਇਹਦੇ ਵਿਸਤਾਰ ਨਾਲ ਦੱਸੋ, ਕੀ ਇੱਕ ਹੀ ਹੋ ਤੁਸੀਂ ਵਿੱਚੋਂ? देखो रमाना जी, गल ये है कि ये असी पहला ही क्लीयर करता सी जिस दिन मोर्चा सस्पेंड किया है। मोर्चा उत्थे जिस दिन आप मतलब पोस्टपोन करके आए हैं, उस दिन एक PC हुई है, उस प्रैस कानफ्रेंस दे विच बड़ा क्लीयर फैसला लिया सी कि SKM नॉन पोलीटिकल है, नॉन पोलीटिकल ही रहेगा। हजे साडा ये मोर्चा सस्पेंड किया ना कि खत्म होया, क्योंकि हजे सरकार ने साडे नाल वादे कीते है कि परचे रद्द कर दी है, एक गल की साडे शहीदां दे परिवारां नूं कंपनसेट कर दी है, 2 गल्लां। तीसरी, लखीमपुर दा कांड वाले जिहड़े साडे शहीद होए परिवार ने उन्हां किसानां नूं की इंसाफ मिलदा है, ਜਾਂ ਜਿਹੜਾ ਸਾਡਾ MSP ਦੀ ਗਰੰਟੀ ਵਾਲਾ ਇਸ਼ੂ ਸੀਗਾ ਉਹਦੇ ਤੇ ਸਰਕਾਰ ਕੀ ਕਰਦੀ ਹੈ? ਉਹਦੇ ਤੇ ਸਰਕਾਰ ਨੇ ਕੁਝ ਨਾ ਕਰਨਾ, ਔਰ ਉਹ ਅਸੀਂ 15 ਤਰੀਕ ਦੀ ਡੇਟ ਰੱਖੀ ਸੀ, ਔਰ ਉਸ ਉਦੋਂ ਤੱਕ ਸਾਡਾ ਇੱਕ ਪਲਾਨਿੰਗ ਸੀਗੀ ਕਿ ਅਸੀਂ ਇਹਨੂੰ ਮਤਲਬ ਸੰਪੂਰਨ ਤੌਰ ਤੇ ਜਿੰਨਾ ਚਿਰ ਜਿੱਤ ਨਹੀਂ ਲੈ ਲੈਂਦੇ, ਔਰ ਉਹਨਾਂ ਚਿਰ SKM ਨੇ ਜਿਹੜਾ ਸਟਾਰਟਿੰਗ 'ਚ ਇੱਕ ਵਿਚਾਰਧਾਰਾ ਅਪਣਾਈ ਉਹ ਸੀਗੀ ਕਿ ਅਸੀਂ ਨॉन ਪੋਲੀਟੀਕਲ ਹਾਂ, नॉन पोलीटिकल रहांगे, किसी पोलीटिकल बंदे नूं असीं बिल्कुल नेड़े नहीं आउण दित्ता। और उसे रोशनी च ही काम करदे हां जिस दिन मतलब धरना पोस्टपोन किया है, उस दिन भी PC दे विच क्लीयर करता सीगा साडे बैठण वाले उन्होंने लीडर साहिबाना ने कि ये मतलब नॉन पोलीटिकल है, ये कोई राजनीति नहीं होएगी। हुण उदों बाद आके पंजाब दे विच राजनीति शुष्ट दा दौर शुरू हो जाता है। ਡੱਲੇਵਾਲਾ ਸਾਹਿਬ, ਮੈਂ ਇੱਕ ਥੋੜ੍ਹੀ ਗੱਲ ਕਰਦਾ, ਇਹ ਪੂਰੇ ਦੇਸ਼ ਦੀ ਗੱਲ ਕਰ ਲਈਏ। ਦੇਸ਼ ਦੀਆਂ ਕਿੰਨੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਥੇਬੰਦੀਆਂ ਸੀਗੀਆਂ, ਉਹਨਾਂ ਜਥੇਬੰਦੀਆਂ ਵਿੱਚੋਂ ਕਿੰਨੀਆਂ ਕੁ ਜਥੇਬੰਦੀਆਂ ਪਾਸੇ ਹੈ, ਔਰ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ ਬਣੀਆਂ? ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜ਼ਿਆਦਾਤਰ ਜਿਹੜੀਆਂ ਜਥੇਬੰਦੀਆਂ ਉਹ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ ਬਣ ਚੁੱਕੀਆਂ। ਹਾਂ, ਦੇਖੋ, ਇਹਨੂੰ ਵੀ ਗੱਲ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਸਵਾਲ ਤੁਹਾਡਾ ਹੈ, ਪੂਰੇ ਦੇਸ਼ ਦੇ ਅੰਦਰ 3 ਧਰਾਵਾਂ ਤੇ ਚੌਥੇ ਜਿਹੜੇ ਮਤਲਬ ਇੰਡੀਪੈਂਡੈਂਟ ਜਥੇਬੰਦੀਆਂ ਸੀ। एक सीगी ऑल इंडिया किसान कोआर्डिनेशन कमेटी, एक सीगा राष्ट्रीय किसान महासंघ, एक बड़ा हिस्सा सीगा जिहड़ा महेंद्र सिंह टकैत वाला BKU राजनीतिक। ये जिहड़े मतलब 3 ਤਾਂ ਇਹ ਸੀਗੇ। चौथा हरियाणे दीयां जथेबंदियां इंडिपेंडेंट सी बहुत सारियां।
ਪੰਜਵੀਂ ਗੱਲ ਉਹਦੇ ਵਿੱਚ ਜੋਗਿੰਦਰ ਅਗਰਾਹਾਂ ਹੋਰੀ ਉਹ ਨਾਨ ਪੋਲੀਟੀਕਲ ਸੀਗੇ ਔਰ ਇਹਨਾਂ ਸਾਰਿਆਂ ਨੇ ਵੱਖਰੇ ਵੱਖਰੇ ਰਹਿਣ ਦੀ ਬਜਾਏ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਇੱਕ ਪ੍ਰੋਗਰਾਮ ਨੂੰ ਜਿਹੜਾ ਦਿੰਦੇ ਸੀਗੇ ਉਹਨੂੰ ਗ੍ਰਹਿਣ ਕਰਨਾ ਸ਼ੁਰੂ ਕੀਤਾ। ਉਹਨਾਂ ਦੀ ਕਮੇਟੀ ਬਣੀ ਇੱਕ 9 ਮੈਂਬਰੀ ਕਮੇਟੀ। ਹੁਣ ਟੋਟਲ ਸਾਰੀਆਂ ਜਥੇਬੰਦੀਆਂ ਨੂੰ ਜਦੋਂ ਤੁਸੀਂ ਜੋੜੋਗੇ ਨਾ ਇਹ ਲਗਭਗ ਕਿਉਂਕਿ ਜਿਹੜਾ ਹੁਣ ਸਾਡਾ ਰਾਸ਼ਟਰੀ ਕਿਸਾਨ ਮਹਾਸੰਘ ਹੈ ਇਹਦੇ ਵਿੱਚ 170 ਤੋਂ ਲੈ ਕੇ 175 80 ਦੇ ਕਰੀਬ ਜਥੇਬੰਦੀਆਂ ਦੇ 'ਚ ਹੈ। ਜਿਹੜੀ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਹੈ ਉਹਦੇ ਵਿੱਚ ਲਗਭਗ 200 ਤੋਂ ਉੱਪਰ ਜਥੇਬੰਦੀਆਂ ਹੈ। 200 ਤੋਂ ਉੱਪਰ ਜਥੇਬੰਦੀਆਂ ਜੇ ਹੁਣ 200 ਤੋਂ ਉੱਪਰ ਜਥੇਬੰਦੀਆਂ 250 ਦੇ ਕਰੀਬ ਉਹਦੇ 'ਚ ਕੰਮ ਕਰਦੀਆਂ 200 ਦੇ ਕਰੀਬ ਜਥੇਬੰਦੀ ਇਹਦੇ 'ਚ ਕੰਮ ਕਰਦੀ ਹੈ ਤਾਂ ਕਿੱਡਾ ਵੱਡਾ ਵਿਸ਼ਾਲ ਦਾਇਰਾ ਹੈ ਇਸ ਸਕੀਮ ਦਾ, ਛੋਟਾ ਨਹੀਂ। ਸਾਰੇ ਭਾਰਤ ਦੇ ਵਿੱਚੋਂ ਮਹਿੰਦਰ ਸਿੰਘ ਟਕੈਤ ਹੋਰਾਂ ਦੀ ਰਕੇਸ਼ ਟਕੈਤ ਹੋਰਾਂ ਦੀ ਜਥੇਬੰਦੀ ਦਾ ਵੀ ਮਤਲਬ ਆਧਾਰ ਹੈ ਸੀ। ਹਰਿਆਣੇ ਦੀਆਂ ਲਗਭਗ 50-55 ਦੇ ਕਰੀਬ ਜਥੇਬੰਦੀਆਂ ਹਰਿਆਣੇ ਦੀਆਂ ਛੋਟੀਆਂ ਵੱਡੀਆਂ ਉਹ ਵੀ ਇਹਦਾ ਹਿੱਸਾ ਸੀ। ਤੋ ਇਹ ਛੋਟਾ ਨਹੀਂ ਸੀਗਾ ਸਕੀਮ, ਇੱਕ ਬਹੁਤ ਵੱਡਾ ਸਕੀਮ ਹੈ। ਔਰ ਉਸ ਸਕੀਮ ਨੂੰ ਜਦੋਂ ਬਣਾਇਆ ਗਿਆ ਨਾ ਉਦੋਂ ਇੱਕ ਧਾਰਨਾ ਧਾਰ ਲਈ ਸਾਰਿਆਂ ਨੇ ਕਿ ਨਾਨ ਪੋਲੀਟੀਕਲ ਰਹੇਗਾ, ਰਾਜਨੀਤੀ ਕੋਈ ਨਹੀਂ ਕਰੇਗਾ ਇਹਦੇ 'ਚ। ਔਰ ਜਦੋਂ ਨਾਨ ਪੋਲੀਟੀਕਲ ਰਹੇਗਾ ਦਾ ਫੈਸਲਾ ਲਿਆ ਔਰ ਉਸ ਵੇਲੇ ਇੰਨਾ ਸਾਰਿਆਂ ਨੇ ਸਟਰੋਂਗਲੀ ਉਹਨੂੰ ਮਤਲਬ ਫੋਲੋ ਕੀਤਾ ਕਿ ਕਿਸੇ ਨੂੰ ਅਸੀਂ ਸਟੇਜ ਦੇ ਉੱਤੇ ਕਿਸੇ ਲੀਡਰ ਨੂੰ ਨਹੀਂ ਆਉਣ ਦਿੱਤਾ। ਹਰ ਲੀਡਰ ਨੂੰ ਐਸੀ ਗੱਲ ਵੀ ਜੇ ਕਿਸੇ ਨੇ ਆਉਣਾ ਤਾਂ ਉੱਥੇ ਬਹਿ ਜੇ, ਸਟੇਜ ਤੇ ਨਹੀਂ ਦੇਵਾਂਗੇ, ਕਿਸੇ ਨੂੰ ਮਾਨ ਸਨਮਾਨ ਨਹੀਂ ਦੇਵਾਂਗੇ, ਕਿਸੇ ਨੂੰ ਕੁਝ ਨਹੀਂ ਕਰਾਂਗੇ। ਔਰ ਹੋਇਆ ਵੀ, ਕਰਦੇ ਵੀ ਰਹੇ ਲਗਭਗ। ਤੋ ਜਦੋਂ ਇਹ ਧਾਰਨਾ ਨੂੰ ਧਾਰ ਕੇ ਚੱਲੇ ਆ ਹੁਣ ਐਡਾ ਵੱਡਾ ਸੰਗਠਨ ਹੈ। ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਪੰਜਾਬ ਦੀਆਂ 32 ਜਥੇਬੰਦੀਆਂ ਨਹੀਂ ਗਈਆਂ, 32 ਤਾਂ ਉਹ ਆ ਜਿਹੜੀਆਂ ਇਕੱਠੀਆਂ ਹੋ ਗਈਆਂ, 2 ਤਾਂ ਹਜੇ ਪੰਜਾਬ 'ਚੋਂ ਬਾਹਰ ਹੈ। ਜੋਗਿੰਦਰ ਅਗਰਾਹਾਂ ਜੀ ਹੋਰਾਂ ਦੀ ਤੇ ਪੰਨੂ ਪੰਧੇਰ ਹੋਰਾਂ ਦੀ ਜਥੇਬੰਦੀ ਉਹ ਬਾਹਰ ਨੇ, ਇਹਦਾ ਮਤਲਬ 34 ਹੋ ਗਈਆਂ। ਤਾਂ ਜਿਹੜੀਆਂ ਪੰਜਾਬ ਦੀਆਂ 32 ਸੀਗੀਆਂ ਜਿਨ੍ਹਾਂ ਦੇ ਵਿੱਚ ਉਹ ਹਿੱਸਾ ਨਹੀਂ ਸੀਗੇ ਉਹਨਾਂ 32 ਨੇ ਜਦੋਂ ਇੱਥੇ ਆ ਕੇ ਫੈਸਲੇ ਲੈਣੇ ਸ਼ੁਰੂ ਕੀਤੇ, ਮੀਟਿੰਗਾਂ ਤਾਂ ਅਸੀਂ ਆਪਦੀਆਂ ਕਰਦੇ ਸੀ ਨਾ, ਪੰਜਾਬ ਵਾਲੇ ਆਪਦੀਆਂ ਕਰਦੇ ਸੀ, ਹਰਿਆਣੇ ਵਾਲੇ ਆਪਦੀਆਂ ਕਰਦੇ ਸੀ, ਲੇਕਿਨ ਅੱਗੇ ਜਾ ਕੇ ਸਾਂਝੀ ਸਾਇੰਸ ਬਣਦੀ ਸੀਗੀ SKM ਦੀ ਮੀਟਿੰਗ ਦੇ ਵੱਡੀ ਮੀਟਿੰਗ ਦੇ ਵਿੱਚ। ਹੁਣ ਇਹਨਾਂ ਨੇ ਉਹ 32 ਨੂੰ ਹੀ ਮਤਲਬ ਮੰਨ ਰਹੇ ਨੇ ਵੀ ਅਸੀਂ ਬਹੁਤ ਗਿਣਤੀ 'ਚ ਹਾਂ। ਇਹ ਠੀਕ ਆ ਗੱਲ, ਅਸੀਂ ਮੰਨਦੇ ਹਾਂ ਇਸ ਗੱਲ ਨੂੰ ਕਿ ਪੰਜਾਬ ਦੀਆਂ 32 ਦੇ ਵਿੱਚ ਅਸੀਂ ਜਿਹੜੇ ਨਾਨ ਪੋਲੀਟੀਕਲ ਰਹਿਣ ਵਾਲੇ ਸੀ ਅਸੀਂ ਥੋੜ੍ਹੇ ਰਹਿ ਗਏ। ਇਹ ਰਾਜਨੀਤੀ ਦੇ ਵਿੱਚ ਜਾਣ ਵਾਲੇ ਕੇਰਾਂ ਤਾਂ 25 ਤੱਕ ਪਹੁੰਚ ਗਈ ਸੀ ਗਿਣਤੀ, ਫਿਰ ਹੌਲੀ ਹੌਲੀ 22 ਤੇ ਆ ਗਈ। ਹੁਣ 22 ਚੋਂ ਵੀ ਮਤਲਬ 3-4 ਨੇ ਮਤਲਬ ਯੂ ਟਰਨ ਲੈ ਲਿਆ, ਮੇਰੇ ਖਿਆਲ 18-19 ਤੱਕ ਆ ਗਏ, ਉਹ ਘਟ ਗਏ ਨੇ। ਤੋ ਸਾਡੇ ਵਾਲੇ ਪਾਸੇ ਹੌਲੀ ਹੌਲੀ ਵੱਧ ਕੇ 22 ਇੱਧਰਲੇ ਪਾਸੇ ਹੋ ਗਈਆਂ। ਕੁਝ ਜਥੇਬੰਦੀਆਂ ਉਹ ਸੀ ਜਿਹੜੀਆਂ ਹਜੇ ਹਿੱਸਾ ਨਹੀਂ ਸੀ ਬਣ ਸਕੀਆਂ ਜਾਂ ਇਹਨਾਂ ਦੇ ਵਿੱਚੋਂ ਰਾਜਨੀਤੀ ਜਾਣ ਕਰਕੇ ਨਿਖੜ ਗਈਆਂ, ਟੁੱਟ ਗਈਆਂ ਜਥੇਬੰਦੀਆਂ। ਉਹਨਾਂ ਨੇ ਕਿਹਾ ਸੀ ਆਪਦੀ ਮਤਲਬ ਵੱਖਰੀ ਜਥੇਬੰਦੀ ਬਣਾਉਣੇ ਆ, ਉਹ ਜਿਹੜੀਆਂ ਬਣ ਗਈਆਂ ਉਹ ਸਾਡੇ ਵਿੱਚ ਆ ਕੇ ਖੜ ਗਈਆਂ। ਉਹਨਾਂ ਨੇ ਲੀਡਰ ਆਪਦੇ ਛੱਡ ਤੇ ਜਥੇਬੰਦੀਆਂ ਸਾਡੇ 'ਚ ਖੜੀਆਂ ਨੇ। ਹੁਣ ਉਹ ਸਾਰੀਆਂ ਰਲਾਈਏ ਤਾਂ 22-23 ਜਥੇਬੰਦੀਆਂ ਤਾਂ ਸਾਡੇ ਵਾਲੇ ਪਾਸੇ ਖੜੀਆਂ ਔਰ ਇਹਨਾਂ ਦੀ ਲੀਡਰਸ਼ਿਪ ਆ ਜਿਹੜੀ ਸਾਰੀ ਉਹ ਮਤਲਬ ਉਧਰਲੇ ਪਾਸੇ ਹੈ। ਹੁਣ ਕੁੱਲ ਮਿਲਾ ਕੇ ਮੇਰਾ ਕਹਿਣ ਦਾ ਭਾਵ ਆ ਵੀ ਜਿਹਨੇ ਕਾਰਵਾਈ ਕੀਤੀ ਹੈ ਨਾ ਉਹ ਪੂਰੇ ਭਾਰਤ ਦੀ 450 ਜਥੇਬੰਦੀ ਨੇ ਸਾਂਝੇ ਤੌਰ ਦੇ ਉੱਤੇ ਸਮੂਥਲੀ ਕਾਰਵਾਈ ਹੋਈ ਹੈ SKM ਵੱਲੋਂ ਔਰ ਉਹਨਾਂ ਨੇ ਇਹਨਾਂ ਨੂੰ ਮਤਲਬ ਉਹਦੇ 'ਚੋਂ ਬਾਹਰ ਕੱਢਿਆ। ਤੁਸੀਂ ਜਦੋਂ ਸੰਯੁਕਤ ਕਿਸਾਨ ਮੋਰਚਾ ਉੱਥੇ ਚੱਲਦਾ ਸੀਗਾ, ਸਿਆਸੀ ਪਾਰਟੀਆਂ ਨੂੰ ਕਿਹਾ ਸੀ ਸਾਡੀ ਸਟੇਜ ਤੇ ਨਹੀਂ ਚੜ੍ਹਨੀ, ਤੁਸੀਂ ਜਿਹੜੀ ਗੱਲ ਉਹਨੂੰ ਕਹੀ ਹੈ, ਪਰ ਗੱਲ ਤਾਂ ਇਹ ਹੈ, ਸਵਾਲ ਵੱਡਾ ਇਹ ਹੈ ਉਦੋਂ ਤੁਸੀਂ ਕਹਿਤਾ ਸਿਆਸੀ ਪਾਰਟੀਆਂ ਦੂਰ ਰਹਿਣ। ਹੁਣ ਸਿਆਸੀ ਪਾਰਟੀਆਂ ਦੇ ਵਿੱਚ ਤੁਸੀਂ ਖੁਦ ਆਪ ਹੀ ਤੁਹਾਡੀਆਂ ਤੋਂ ਕੁਝ ਜਥੇਬੰਦੀਆਂ ਉਤਰ ਆਈਆਂ। ਇੱਕ ਪਾਸੇ ਕਿਹਾ ਜਾ ਰਿਹਾ ਜੇ ਅਸੀਂ ਸਰਕਾਰਾਂ ਤੋਂ ਆਪਦੇ ਜਿਹੜੇ ਮੁੱਦਿਆਂ ਦਾ ਹੱਲ ਕਰਵਾਉਣਾ ਸਾਨੂੰ ਜਿਹੜਾ ਨਿਰੋਲ ਰਹਿ ਕੇ ਹੀ ਪ੍ਰੈਸ਼ਰ ਬਣਾਵਾਂਗੇ ਅਸੀਂ। ਤੇ ਫਿਰ ਹੁਣ ਫਰਕ ਕੀ ਹੈ ਕਿਉਂਕਿ ਸਿਆਸੀ ਪਾਰਟੀਆਂ ਜਿਹੜੀਆਂ ਤੁਹਾਡੀਆਂ ਬਣ ਚੁੱਕੀਆਂ ਉਹਨਾਂ 'ਚ ਤੇ ਤੁਹਾਡੇ 'ਚ ਕਿੰਨਾ ਕੁ ਫਰਕ ਰਹਿਣਾ ਹੈ ਤੁਸੀਂ ਕਿਉਂਕਿ ਹੁਣ ਜੇ ਉਹ ਜਿੱਤਦੇ ਹੈ ਵਿਧਾਨ ਸਭਾ ਜਾਂਦੇ ਹੈ ਉਹ ਜਿਹੜਾ ਦਬਾਅ ਤੁਸੀਂ ਹੁਣ ਪਹਿਲਾਂ ਬਣਾ ਚੁੱਕੇ ਆ ਜਾਂ ਬਣਾਉਂਦੇ ਆ ਰਹੇ ਹੋ ਉਹ ਬਣਾ ਪਾਓਗੇ? ਨਹੀਂ, ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰਾਂ ਕਿ ਅਸੀਂ ਨਹੀਂ, ਕੁਝ ਜਥੇਬੰਦੀਆਂ ਗਈਆਂ ਰਾਜਨੀਤੀ ਜਿਹੜੀਆਂ ਗਈਆਂ ਉਹਨਾਂ ਨੇ ਸਾਡੇ ਤੇ ਸਵਾਲ ਉੱਠਣ ਲਾਤੇ, ਪੋਲੀਟੀਕਲ ਲੋਕ ਸਾਡੇ ਤੇ ਹਾਵੀ ਕਰਤੇ ਕਿ ਜੀ ਆਹ ਦੇਖੋ ਮਤਲਬ ਦਾ ਰਾਜਨੀਤੀ ਕਰਨਾ ਸੀ, ਰਾਜਨੀਤੀ ਕਰ ਰਹੇ ਸੀ, ਪਹਿਲੇ ਕਹਿ ਰਹੇ ਸੀ ਰਾਜਨੀਤੀ ਕਰਨਗੇ। ਗਿਆਨੀ ਸਾਹਿਬ ਹੋਰੀ ਕਹਿ ਰਹੇ ਅੱਜ ਵੀ ਕਹਿ ਰਹੇ ਆ ਕਿਉਂਕਿ ਅਸੀਂ ਤਾਂ ਜਿਹੜੀ ਗੱਲ ਪਹਿਲਾਂ ਕਹਿੰਦੇ ਸੀ ਉਹ ਹੋ ਰਹੀ ਹੈ ਸਾਹਮਣੇ, ਇਹ ਸਿਆਸਤ ਕਰਨ ਨੂੰ ਫਿਰਦੇ ਸੀ, ਸਿਆਸਤ ਕਰ ਰਹੇ ਆ। ਉਹਦੇ ਵਿੱਚ ਨਾਲ ਤੁਹਾਡੇ ਤੁਸੀਂ ਵੀ ਦਾਗੀ ਹੋ ਰਹੇ ਹੋ। ਨਹੀਂ, ਉਹ ਇਸੇ ਗੱਲ ਨੂੰ ਲੈ ਕੇ ਅਸੀਂ ਇਕੱਲੇ ਨਹੀਂ ਦਾਗੀ ਹੋ ਰਹੇ, ਪੂਰਾ SKM ਦਾਗੀ ਹੋ ਰਿਹਾ ਹੈ। SKM ਨੂੰ ਬਚਾਉਣਾ ਸਾਡੇ ਲਈ ਅਤੀ ਜ਼ਰੂਰੀ ਸੀਗਾ। SKM ਨੂੰ ਬਚਾਉਣ ਵਾਸਤੇ ਇਹਨਾਂ ਨੂੰ ਪਾਸੇ ਕਰਨਾ ਇੱਕ ਸਮੇਂ ਦੀ ਅਤੀ ਜ਼ਰੂਰੀ ਲੋੜ ਸੀ ਜਿਹਦੇ 'ਚ ਇਹ ਪਾਸੇ ਕੀਤੇ ਨੇ ਵੀ ਇਹ ਬਿਲਕੁਲ ਸਾਡਾ ਹਿੱਸਾ ਨਹੀਂ ਹੈ ਔਰ ਹੋਣਗੇ ਵੀ ਨਹੀਂ। ਅਗਲੀ ਜਿਹੜੀ ਤੁਸੀਂ ਗੱਲ ਕੀਤੀ ਵੀ ਅਸੀਂ ਨਹੀਂ ਆਉਣ ਦਿੱਤੇ, ਕੋਈ ਪੋਲੀਟੀਕਲ ਨਹੀਂ ਆਉਣ ਦਿੱਤਾ, ਅੱਜ ਇਹ ਪੋਲੀਟੀਕਲ ਹੋ ਗਏ ਨੇ, ਕੱਲ੍ਹ ਨੂੰ ਜਿੱਤਣ ਹਾਰਨ ਗੱਲ ਵੱਖਰੀ ਹੈ, ਲੇਕਿਨ ਅਗਰ ਅੱਜ ਸਾਡੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਇਟ ਮੀਨਸ ਕਿ ਅਸੀਂ ਪੋਲੀਟੀਕਲ ਹਾਂ। ਇਸ ਕਰਕੇ ਇਹਨਾਂ ਨੂੰ ਵੀ ਉਸੇ ਕ੍ਰਾਈਟੇਰੀਆ ਦੇ ਵਿੱਚ ਰੱਖਾਂਗੇ। ਅਗਰ ਇਹਨਾਂ ਨੇ ਆਉਣਾ ਹੈ ਸਾਡੇ ਪ੍ਰੋਟੈਸਟ ਦੇ ਜਿਹੜਾ ਅਸੀਂ ਮਤਲਬ ਮੰਨ ਲਓ ਕੱਲ੍ਹ ਨੂੰ 31 ਤਰੀਕ ਨੂੰ ਪੂਰੇ ਭਾਰਤ ਦੇ ਵਿੱਚ ਇਹ ਕਰ ਰਹੇ ਹਾਂ, ਅਗਰ SSM ਦੇ ਕੋਈ ਜਥੇਬੰਦੀ ਸਾਡਾ ਹਿੱਸਾ ਦੇ ਵਿੱਚ ਆ ਕੇ ਪ੍ਰੋਟੈਸਟ ਕਰਨਾ ਚਾਹੁੰਦੀ ਹੈ
ਤਾਂ ਉਹ ਜਿਵੇਂ ਆਮ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਕਹਿੰਦੇ ਸੀ ਨਾ ਵੀ ਉੱਥੇ ਵਿੱਚ ਬਹਿ ਜਾਓ, ਲੇਕਿਨ ਸਟੇਜ ਤੇ ਨਹੀਂ ਚੜ੍ਹਨ ਦਿਆਂਗੇ ਉਹਨਾਂ ਨੂੰ, ਸਟੇਜ ਤੇ ਨਹੀਂ ਚੜ੍ਹਨ ਦਿਆਂਗੇ, ਬੋਲਣ ਦਾ ਮੌਕਾ ਨਹੀਂ ਦਿਆਂਗੇ ਤਾਂ ਕਿ ਸਾਡੇ ਤੇ ਕਿਸੇ ਤਰ੍ਹਾਂ ਦਾ ਸਵਾਲ ਨਾ ਉੱਠੇ। ਇੱਕ ਗੱਲ ਤੁਸੀਂ ਹੋਰ ਨੋਟ ਕੀਤੀ ਹੋਏਗੀ, ਲੋਕ ਜਿਹੜੀ ਤੁਸੀਂ ਕੀ ਸਵਾਲ ਕੀਤਾ ਵੀ ਕੀ ਹੁਣ ਅਸੀਂ ਕਾਮਯਾਬ ਹੋਵਾਂਗੇ, 5 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਨਰਿੰਦਰ ਮੋਦੀ ਦਾ ਵਿਰੋਧ ਹੋਇਆ ਹੈ ਔਰ ਮੇਰਾ ਖਿਆਲ ਹੈ ਕੋਈ ਵੀ ਸਬ ਡਿਵੀਜ਼ਨ ਐਸੀ ਨਹੀਂ ਰਹੀ ਮੀਂਹ ਪੈਂਦੇ 'ਚ ਵੀ ਜਿੱਥੇ ਪ੍ਰਧਾਨ ਮੰਤਰੀ ਦਾ ਪੁਤਲਾ ਨਾ ਫੂਕਿਆ ਗਿਆ। ਇੱਕ ਗੱਲ। ਦੂਜੀ ਗੱਲ ਹੈ ਕੁਰਸੀਆਂ ਖਾਲੀ ਰਹਿ ਗਈਆਂ। ਪੰਜਾਬ ਦੇ ਲੋਕਾਂ ਨੇ ਆਪਦੀ ਨਾਰਾਜ਼ਗੀ, ਆਪਦੇ ਜਿਹੜੇ ਜ਼ਖਮ ਸੀਗੇ ਉਹ ਜ਼ਖਮ ਹਜੇ ਅੱਲੇ ਹੋਣ ਦੇ ਕਾਰਨ ਪੰਜਾਬ ਦੇ ਲੋਕ ਮਤਲਬ ਉਹਨਾਂ ਦੀ ਉਸ ਰੈਲੀ 'ਚ ਨਹੀਂ ਗਏ। ਭਾਵੇਂ ਬਾਰਿਸ਼ ਨੂੰ ਕਹਿ ਲਈਏ ਵੀ ਬਾਰਿਸ਼ ਇੱਕ ਕਾਰਨ ਹੈ ਉਹਨਾਂ ਵਾਸਤੇ, ਜੇ ਬਾਰਿਸ਼ ਕਾਰਨ ਹੈ ਤੇ ਜਿਹੜੇ ਲੋਕ ਵਿਰੋਧ ਕਰ ਰਹੇ ਸੀ ਉਹਨਾਂ ਵਾਸਤੇ ਵੀ ਤਾਂ ਬਾਰਿਸ਼ ਹੋਵੇਂ ਸੀ ਨਾ, ਉਹ ਲੋਕ ਵਿਰੋਧ ਕਰਨ ਵਾਲੇ ਪਾਸੇ ਖੜੇ। ਡੱਲੇਵਾਲ ਸਾਹਿਬ, ਜਿਹੜੀ ਤੁਹਾਡੇ ਮਨਾਂ ਦੇ ਵਿੱਚ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹਨਾਂ ਦੇ ਵਿੱਚ ਖਟਾਸ ਹੈ ਜਿਹੜੀ ਉਹ ਭਾਰਤੀ ਜਿਹੜਾ ਉੱਥੇ ਜਿਹੜਾ ਤੁਹਾਡਾ ਸੰਯੁਕਤ ਕਿਸਾਨ ਮੋਰਚਾ ਉਸੇ ਸਮੇਂ ਦੀ ਚੱਲਦੀ ਆ ਰਹੀ ਹੈ, ਜਾਂ ਜਦੋਂ ਤੁਹਾਡੀਆਂ ਕੁਝ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਅਸੀਂ ਸਿਆਸਤ ਜਾਵਾਂਗੇ, ਜਿਵੇਂ ਤੁਹਾਨੂੰ ਪਿਛਲੇ ਦਿਨੀ ਰਾਜੇਵਾਲ ਸਾਹਿਬ ਵੱਲੋਂ RSS ਦੇ ਨਾਲ ਵੀ ਜੋੜ ਦਿੱਤਾ ਗਿਆ? ਦੇਖੋ ਖਟਾਸ ਕੋਈ ਏਡੀ ਬਹੁਤੀ ਵੱਡੀ ਨਹੀਂ ਹੁੰਦੀ, ਵਿਚਾਰਾਂ ਦਾ ਫਰਕ ਤਾਂ ਰਹੂਗਾ। ਮੇਰੇ ਕੀ ਵਿਚਾਰ ਨੇ, ਤੁਹਾਡੇ ਕੀ ਵਿਚਾਰ ਨੇ, ਰਾਜੇਵਾਲ ਸਾਹਿਬ ਦੇ ਕੀ ਵਿਚਾਰ ਨੇ, ਇਹਨਾਂ ਦਾ ਅੰਤਰ ਤਾਂ ਰਹੇਗਾ। ਜਦੋਂ ਜਥੇਬੰਦੀਆਂ ਅਸੀਂ ਜਿਹੜਾ ਮੇਰਾ ਮੰਨਣਾ ਹੈ, ਮੇਰਾ ਮੰਨਣਾ ਇਹ ਹੈ ਕਿ ਕਾਨੂੰਨ ਗੈਟ 'ਚੋਂ ਆਏ ਸੀ ਔਰ ਜਿਹੜਾ MSP ਦੀ ਗਰੰਟੀ ਦਾ ਕਾਨੂੰਨ ਨਹੀਂ ਮਿਲ ਰਿਹਾ ਇਹ ਵੀ ਗੈਟ ਦੇ ਕਾਰਨ ਨਹੀਂ ਮਿਲ ਰਿਹਾ, ਕਿਉਂਕਿ ਗੈਟ 'ਚ ਲਿਖੀਆਂ ਨੇ ਗੱਲਾਂ ਇਹ ਕਿ ਭਾਰਤ ਆਪਦੇ ਕਿਸਾਨਾਂ ਨੂੰ MSP ਦੇਣੀ ਬੰਦ ਕਰੇਗਾ। ਹੁਣ ਜਿਹੜੇ ਲੋਕ ਗੈਟ ਦੇ ਹਮਾਇਤੀ ਨੇ ਉਹ MSP ਦੇ ਹਾਮੀ ਨਹੀਂ ਹੋਣਗੇ। ਅਸੀਂ ਉੱਥੇ ਹੀ ਸਾਡਾ ਰੌਲਾ ਇਸ ਗੱਲ ਦਾ, 2 ਗੱਲਾਂ ਦੇ ਉੱਤੇ ਰੌਲਾ ਸੀਗਾ ਕਿ ਅਸੀਂ ਚਾਹੁੰਦੇ ਸੀ ਵੀ MSP ਤੇ ਲੜੋ, ਹਜੇ ਹੋਰ ਲੜੀਏ। ਤਾਂ ਉਹ ਸਾਡੇ ਵੀਰੇ ਕਹਿਣ ਲੱਗ ਪਏ ਸੀਗੇ ਵੀ ਜੇਕਰ ਪੰਜਾਬ ਨੂੰ ਤਾਂ MSP ਦੀ ਲੋੜ ਹੀ ਨਹੀਂ, ਪੰਜਾਬ ਨੂੰ ਤਾਂ MSP ਦੀ ਲੋੜ ਹੀ ਨਹੀਂ। ਹੁਣ ਉਹਨਾਂ ਦੀਆਂ ਬਾਈਟਾਂ ਆ ਰਹੀਆਂ ਨੇ ਕਿ ਜੀ ਹੌਲੀ ਹੌਲੀ ਮਤਲਬ ਪੰਜਾਬ ਦੇ ਵਿੱਚ ਇਹ ਫਸਲ ਖਰੀਦਣ ਤੋਂ ਭੱਜ ਜਾਣਗੇ। ਸਟੇਜਾਂ ਤੋਂ ਬੋਲ ਰਹੇ ਨੇ ਸਾਡੇ ਵੀਰ ਉਹੀ ਜਿਹੜੇ ਕਹਿੰਦੇ ਸੀਗੇ ਵੀ ਪੰਜਾਬ ਨੂੰ MSP ਦੀ ਲੋੜ ਨਹੀਂ, ਅੱਜ ਕਹਿ ਰਹੇ ਨੇ। ਤਾਂ ਮੇਰਾ ਮਤਲਬ ਇਹ ਹੈ ਕਿ ਉਹ ਵਿਚਾਰਾਂ ਦਾ ਜਿਹੜਾ ਫਰਕ ਸੀਗਾ, ਉਹ ਵਿਚਾਰਾਂ ਦੇ ਫਰਕ ਨੇ। ਇਹਨਾਂ ਦੀ ਥੋੜੀ ਜਿਹੀ ਕਾਹਲ ਸੀਗੀ ਕਿ ਵੀ ਆਪਾਂ ਚੱਲਣਾ ਹੈ। ਅਸੀਂ ਕਹਿ ਰਹੇ ਸੀ ਵੀ ਨਹੀਂ, ਜਿੰਨਾ ਚਿਰ ਮਤਲਬ ਹਰਿਆਣਾ ਸਟੇਟ ਹੈ, ਰਾਜਸਥਾਨ ਹੈ, UP ਹੈ, ਮੱਧ ਪ੍ਰਦੇਸ਼ ਹੈ, ਇਹ ਖੜੇ ਨੇ ਉਹਨਾਂ ਚਿਰ ਅਸੀਂ ਖੜੋ ਇੱਥੇ। ਇਹਨਾਂ ਦੀ ਸਹਿਮਤੀ ਤੋਂ ਬਗੈਰ ਅਸੀਂ ਮੋਰਚਾ ਚੱਕਣ ਦੇ ਹੱਕ 'ਚ ਨਹੀਂ ਸੀ। ਇੱਕ ਸਾਡਾ ਥੋੜਾ ਜਿਹਾ ਫਰਕ ਇਹ ਵੀ ਆ ਗਿਆ ਸੀਗਾ ਕਿ ਇਹ ਕੁਝ ਜਥੇਬੰਦੀਆਂ ਤਿੰਨਾਂ ਕਾਨੂੰਨਾਂ ਦੇ ਵਿੱਚੋਂ ਇੱਕ ਕਾਨੂੰਨ ਰੱਦ, ਇੱਕ ਨੂੰ ਸਟੇਟ ਤੇ ਛੱਡ ਦਿਓ, ਇੱਕ ਦੇ ਉੱਤੇ ਮਤਲਬ ਕਮੇਟੀ ਬਣਾ ਦਿਓ, ਇਹੋ ਜਿਹੀਆਂ ਗੱਲਾਂ ਦੇ ਉੱਤੇ ਸਹਿਮਤੀ ਦੇ ਰਹੀਆਂ ਸੀ ਔਰ ਸਾਡਾ ਉਹਦੇ ਤੇ ਸਟਰੋਂਗਲੀ ਮਤਲਬ ਆਬਜੈਕਸ਼ਨ ਸੀ ਕਿ ਅਸੀਂ ਇਹਦੇ ਨਾਲ ਮਤਲਬ ਨਹੀਂ ਖੜਾਂਗੇ, ਅਸੀਂ ਆਪਦੇ ਇਕੱਲੇ ਰਹਿ ਕੇ ਇਕੱਲੇ ਵੀ ਲੜਾਂਗੇ, ਲੇਕਿਨ ਅਸੀਂ ਉੱਠਾਂਗੇ ਨਹੀਂ। ਤਾਂ ਉਹ ਵੀ ਇੱਕ ਤਰ੍ਹਾਂ ਦਾ ਮਤਲਬ ਕੁੜੱਤਣ ਵਾਲੀਆਂ ਗੱਲਾਂ ਬਣਦੀਆਂ। ਤੁਸੀਂ ਕਿਸਾਨੀ ਅੰਦੋਲਨ ਜਿੱਤ ਲਿਆ, ਠੀਕ ਹੈ, ਉਸ ਤੋਂ ਬਾਅਦ ਤੁਸੀਂ ਆਪਦੀਆਂ ਕੁਝ ਮੰਗਾਂ ਰੱਖੀਆਂ ਸੀ ਵੀ ਸਾਡੀਆਂ ਆਹ ਮੰਗਾਂ MSP ਨੂੰ ਲੈ ਕੇ ਹੋ ਗਿਆ, ਲਖੀਮਪੁਰ ਵਾਲੀ ਘਟਨਾ ਹੋ ਗਈ, ਤਮਾਮ ਹੋਰ ਕੁਝ ਜਿਹੜੀਆਂ ਉੱਥੇ ਜਾਨਾਂ ਗਈਆਂ ਸੀਗੀਆਂ ਉਹਨਾਂ ਦੇ ਮੁਆਵਜ਼ੇ ਲਈ। ਕੋਈ ਉਦੋਂ ਬਾਅਦ ਆ ਜਿਹੜੀਆਂ ਤੁਹਾਡੀਆਂ ਮੰਗਾਂ ਦੀ ਪੂਰਤੀ ਹੋਈ ਹੈ, ਉਸ ਪਾਸੇ ਧਿਆਨ ਦਿੱਤਾ ਕੇਂਦਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ? ਨਹੀਂ, ਇਹੀ ਇੱਕ ਵੱਡਾ ਕਾਰਨ ਹੈ ਨਾ ਜੀ ਸਾਡੇ ਵਿੱਚ SKM ਲਈ ਇਹ ਚਿੰਤਾ ਦਾ ਵਿਸ਼ਾ ਬਣ ਗਿਆ। ਸਰਕਾਰ ਉਸ ਵੇਲੇ 5 ਸਟੇਟਾਂ ਦੇ ਵਿੱਚੋਂ ਮੋਰਚਾ ਉਹਨਾਂ ਲਈ ਇਹ ਇੱਕ ਬਹੁਤ ਵੱਡਾ ਚੁਣੌਤੀ ਬਣ ਗਿਆ ਸੀ ਕਿ ਅਗਰ ਇਹ ਮੋਰਚਾ ਚੱਲਦਾ ਰਿਹਾ ਤੇ 5 ਸਟੇਟਾਂ ਦੇ ਵਿੱਚੋਂ ਅਸੀਂ ਹਾਰਾਂਗੇ ਬੁਰੀ ਤਰ੍ਹਾਂ। ਔਰ ਉਹ ਮੋਰਚਾ ਹਰ ਹਾਲ ਦੇ ਵਿੱਚ ਨਿਪਟਾਉਣਾ ਉਹਨਾਂ ਦੀ ਜ਼ਿੰਮੇਵਾਰੀ ਸੀ। ਉਹਨਾਂ ਨੂੰ ਲੋੜ ਲੱਗੀ ਉਹਨਾਂ ਨੂੰ ਅੰਦਰੋਂ ਕਿ ਇਹਨੂੰ ਕੁਛ ਵੀ ਕਰੋ, ਇਹ ਮੋਰਚਾ ਖਤਮ ਕਰਾਓ। ਔਰ ਉਹਦੇ ਲਈ ਉਹਨਾਂ ਨੇ 3 ਕਾਨੂੰਨ ਰੱਦ ਕਰਤੇ। ਤੁਸੀਂ ਦੇਖਿਆ ਹੋਵੇਗਾ ਇੱਕ ਗੱਲ ਨੋਟ ਕਰਨ ਵਾਲੀ ਕਿ BJP ਦੇ ਵਿੱਚ ਉਹ ਕੀ ਆ, ਲੜਕੀ ਦਾ ਨਾਂ ਕੰਗਣਾ ਰਣੌਤ ਵਰਗੀਆਂ ਦਾ ਰੋ ਪਈਆਂ, ਪਿੱਟ ਉੱਠੀਆਂ ਵੀ ਅਸੀਂ ਕੀ ਕਹਿੰਦੇ ਸੀ, ਤੁਸੀਂ ਇਹ ਕਿਉਂ ਰੱਦ ਕਰਤੇ, ਕਾਨੂੰਨ ਕਿਉਂ ਰੱਦ ਕਰਤੇ। ਹੋਇਆ ਨਾ ਸਾਰਾ BJP ਦੇ ਵਿੱਚ ਕਿੰਨਾ ਰੌਲਾ ਪਿਆ। ਤਾਂ ਸਵਾਲ ਇਸ ਗੱਲ ਦਾ ਹੈ ਕਿ ਬੇਪਰਵਾਹੀ, ਕਿਉਂਕਿ BJP ਦੇ ਅੰਦਰ ਇੱਕ ਰੌਲਾ ਪੈ ਗਿਆ, ਖਲਲ ਮਚ ਗਿਆ ਸੀਗਾ ਕਿ ਅਗਰ ਅੰਦੋਲਨ ਹੋਰ ਲੰਬਾ ਚੱਲ ਗਿਆ, ਜਿਸ ਤਰੀਕੇ ਨਾਲ ਅਸੀਂ 22 ਇਲੈਕਸ਼ਨਾਂ 'ਚ ਹਾਰੇ ਹਾਂ, ਇਹਨਾਂ ਸਟੇਟਾਂ 'ਚ ਵੀ ਹਾਰਾਂਗੇ। ਅਗਰ ਸਟੇਟਾਂ 'ਚ ਹਾਰ ਗਏ, UP ਹਾਰ ਗਏ, ਸਾਡੇ ਹੱਥੋਂ ਦਿੱਲੀ ਗਈ। ਔਰ ਜਿਹੜੀ ਦਿੱਲੀ ਜੇਕਰ ਸਾਡੇ ਹੱਥੋਂ ਚਲੀ ਗਈ, ਜਿਹੜਾ ਸਾਡਾ ਹਿੰਦੂ ਰਾਸ਼ਟਰ ਬਣਾਉਣ ਦੀ ਸਾਡੀ ਜਿਹੜੀ ਭਾਵਨਾ ਹੈ RSS ਦੀ, ਉਹਦੇ ਤੇ ਸਾਡਾ ਮਤਲਬ ਸੱਟ ਵੱਜੇਗੀ। ਇਸ ਕਰਕੇ ਉਹਦੇ ਲਈ ਉਹਨਾਂ ਨੂੰ ਹਰ ਹਾਲ ਦੇ ਵਿੱਚ RSS ਨੂੰ, BJP ਨੂੰ ਇਹ ਲੱਗਿਆ ਕਿ ਸਾਨੂੰ ਇਹਨੂੰ ਨਿਪਟਾਉਣਾ ਚਾਹੀਦਾ ਹੈ। ਔਰ ਉਹ ਬੜਾ ਪ੍ਰੈਸ਼ਰ ਬਣਿਆ ਵਾ ਸੀ, ਬਹੁਤ ਮਜ਼ਬੂਤ ਸਟਰੋਂਗ ਪ੍ਰੈਸ਼ਰ ਸੀਗਾ। ਅਗਰ ਉਹ ਪ੍ਰੈਸ਼ਰ, ਮੈਂ ਵਾਅਦੇ ਨਾਲ ਗੱਲ ਕਰਦਾ, 1 ਮਹੀਨਾ ਹੋਰ ਬਣਿਆ ਰਹਿੰਦਾ ਤਾਂ ਸਰਕਾਰ ਨੂੰ ਮਤਲਬ MSP ਦੀ ਗਰੰਟੀ ਦਾ ਕਾਨੂੰਨ ਦੇਣਾ ਪੈਣਾ ਸੀ, ਪਰਚੇ ਰੱਦ ਕਰਨੇ ਪੈਣੇ ਸੀ। ਅੱਜ ਸਰਕਾਰ ਨੇ ਪੈਰ ਪਿੱਛੇ ਖਿੱਚ ਲਿਆ, ਅਸੀਂ ਉੱਥੋਂ ਉੱਠ ਕੇ ਆ ਗਏ ਔਰ ਇਹ ਵੀਰ ਇਲੈਕਸ਼ਨ 'ਚ ਚਲੇ ਗਏ। ਸਾਡੇ ਇੱਕ ਦੂਜੇ ਦੇ ਪ੍ਰਤੀ ਮਤਲਬ ਜਿਹੜੇ ਹੁਣ ਕਲੀਅਰ ਕਰਨੀਆਂ ਪੈ ਰਹੀਆਂ ਨੇ ਕੁਝ ਗੱਲਾਂ, ਜਦੋਂ ਅਸੀਂ ਕਲੀਅਰ ਕਰਨ ਵਾਲੇ ਪਾਸੇ ਤੁਰਦੇ ਹਾਂ ਤਾਂ ਉਹ ਇੱਕ ਤਰ੍ਹਾਂ ਦਾ ਵਿਰੋਧ ਨਜ਼ਰ ਆ ਰਿਹਾ ਹੈ।
ਉਹਦੇ 'ਚੋਂ ਬੀਜੇਪੀ ਸ਼ਾਇਦ ਸਰਕਾਰ ਇਹ ਸੋਚ ਰਹੀ ਹੈ ਕਿ ਜੀ ਕਿਸਾਨ ਤਾਂ ਹੁਣ ਪਾਟ ਗਏ, ਅੰਦੋਲਨ ਤਾਂ ਟੁੱਟ ਗਿਆ, ਤੇ ਹੁਣ ਅਸੀਂ ਮਤਲਬ ਜੇ ਕਿਸਾਨਾਂ ਦੇ ਪਰਚੇ ਨਾ ਵੀ ਰੱਦ ਕਰਾਂਗੇ ਤਾਂ ਵੀ ਖਮਣੀ ਮਤਲਬ ਸਾਡਾ ਕੰਮ ਚੱਲ ਜੇ, ਜੇ ਅਸੀਂ ਕਿਸਾਨਾਂ ਨੂੰ MSP ਦੀ ਗਰੰਟੀ ਦਾ ਕਾਨੂੰਨ ਨਾ ਦੇਵਾਂਗੇ ਤਾਂ ਵੀ ਖਮਣੀ ਸਰ ਜੇ। ਪਰ ਨਹੀਂ, ਇਹ ਬੜਾ ਭੁਲੇਖਾ ਹੈ। ਦੇਸ਼ ਲੜਨ ਲਈ ਤਿਆਰ ਹੈ, ਜਥੇਬੰਦੀਆਂ ਦੇ ਆਗੂ ਚਾਹੇ ਕੁਛ ਵੀ ਕਰਨ। ਹੁਣੇ ਤੁਹਾਨੂੰ ਲੱਗ ਜਾਏਗਾ ਪਤਾ ਇਲੈਕਸ਼ਨ ਦੇ ਵਿੱਚ ਲੋਕ ਆਗੂਆਂ ਨਾਲ ਕਿੰਨੇ ਕੁ ਨੇ। ਤੋ ਲੋਕਾਂ ਨੇ 5 ਤਰੀਕ ਨੂੰ ਵੀ ਮੋਹਰ ਲਾਈ ਹੈ ਕਿ ਬਿਲਕੁਲ ਕਿਸਾਨ ਮੋਦੀ ਦੀ ਰੈਲੀ 'ਚ ਨਹੀਂ ਗਏ, ਸੜਕਾਂ ਤੇ ਖੜ ਕੇ ਪ੍ਰੋਟੈਸਟ ਕਰ ਲਿਆ ਲੋਕਾਂ ਨੇ, ਲੇਕਿਨ ਮੋਦੀ ਦੀ ਰੈਲੀ 'ਚ ਨਹੀਂ ਗਏ। ਇਹਦਾ ਮਤਲਬ ਇਹ ਨਿਕਲਦਾ ਕਿ ਲੋਕ ਲੜਾਈ ਲੜਨ ਵਾਲੇ ਲੜ ਰਹੇ ਨੇ, ਲੜਨਗੇ। ਦੱਸਾਂਗੇ ਆ 31 ਤਰੀਕ ਨੂੰ ਜਿਹੜਾ ਕੱਲ੍ਹ ਨੂੰ ਸਾਡਾ ਪ੍ਰੋਗਰਾਮ ਹੈ, ਇਸ ਪ੍ਰੋਗਰਾਮ ਤੋਂ ਬਾਅਦ ਫਿਰ ਸਾਡੀ 9 ਮੈਂਬਰੀ ਕਮੇਟੀ ਹੈ ਜਿਹੜੀ, ਉਹਦੀ ਫਿਰ ਮੀਟਿੰਗ ਹੋਏਗੀ। ਉਸ ਮੀਟਿੰਗ ਤੋਂ ਬਾਅਦ ਫਿਰ SKM ਦੀ ਮੀਟਿੰਗ ਕਰਾਂਗੇ, ਉਹਦੇ ਵਿੱਚ ਪ੍ਰੋਗਰਾਮ ਅਗਲੇ ਉਲੀਕਾਂਗੇ ਕਿ ਅੱਗੇ ਕੱਲ੍ਹ ਨੂੰ ਜਿਹੜਾ ਤੁਹਾਡਾ 31 ਤਰੀਕ ਨੂੰ ਪ੍ਰੋਗਰਾਮ ਰੱਖਿਆ ਤੁਸੀਂ, ਉਹਦੇ ਵਿੱਚ SSM ਹਿੱਸਾ ਬਣ ਸਕਦਾ ਹੈ। ਅਗਰ ਜੇ SSM ਦੇ ਲੋਕ ਹੈ ਉਹ ਤੁਹਾਡੇ ਵਿੱਚ ਆਉਂਦੇ ਹੈ, ਤੁਹਾਡਾ ਸਾਥ ਦੇਣਾ ਚਾਹੁੰਦੇ ਹੈ, ਫਿਰ ਤੁਸੀਂ ਉਹਨਾਂ ਨੂੰ ਰੋਕੋਗੇ? ਕਿਵੇਂ ਰੋਕੋਗੇ? ਨਹੀਂ, ਕੈਡਰ ਵਾਸਤੇ ਤਾਂ ਕੋਈ ਰੁਕਾਵਟ ਨਹੀਂ ਹੁੰਦੀ, ਜੇਕਰ ਹਾਂ ਉਹ ਆਪਦਾ ਝੰਡਾ ਬੈਨਰ ਨਹੀਂ ਆਉਣਗੇ ਉਹਨਾਂ ਜਥੇਬੰਦੀਆਂ ਦੇ, ਕਿਉਂਕਿ ਉਹ ਜਥੇਬੰਦੀਆਂ ਦੇ ਅੱਜ ਪੋਲੀਟੀਕਲ ਹੋਣ ਦਾ ਟੈਗ ਲੱਗ ਗਿਆ। ਸਵਾਲ ਤਾਂ ਫਿਰ ਵੀ ਵੱਡਾ ਖੜਾ ਹੋ ਜਾਊਗਾ ਨਾ ਤੁਹਾਡੇ ਸਾਹਮਣੇ, ਜੋ ਤੁਹਾਡੇ ਨਾਲ ਆ ਕੇ ਖੜਦੇ ਆ ਤੇ ਲੋਕਾਂ ਦੇ ਵਿੱਚ ਤਾਂ ਇਹ ਮੈਸੇਜ ਆਊਗਾ ਵੀ ਉਹ ਵੀ ਅੰਦਰੋਂ ਤਾਂ ਇਕੱਠੇ ਹੈ। ਦੇਖੋ ਮੈਂ ਦੱਸਦਾ, ਨਹੀਂ ਉਹ ਨਹੀਂ ਹੈ। ਸਵਾਲ ਇਸ ਗੱਲ ਦਾ ਹੈ ਕਿ ਅਸੀਂ ਸਾਡੇ ਅੰਦੋਲਨ ਦੇ ਵਿੱਚ ਪੋਲੀਟੀਕਲ ਲੋਕ ਆਉਂਦੇ ਰਹੇ, ਲੇਕਿਨ ਉਹ ਉੱਥੇ ਬੈਠਦੇ ਰਹੇ ਦਰੀ ਤੇ, ਉਹ ਸਟੇਜ ਤੇ ਨਹੀਂ ਆਏ। ਇਹਨਾਂ ਨੂੰ ਵੀ ਉਸੇ ਕੈਟੇਗਰੀ 'ਚ ਰੱਖਾਂਗੇ ਕਿ ਕੋਈ ਵੀ ਆਦਮੀ ਜੇ ਕੋਈ ਆਉਣਾ ਵੀ ਚਾਹੇਗਾ ਤੇ ਉਹ ਮਤਲਬ ਉੱਥੇ ਆ ਕੇ ਤਾਂ ਆਪਦਾ ਬੈਠ ਕੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਸਕਦਾ, ਲੇਕਿਨ ਸਾਡਾ ਹਿੱਸਾ ਨਹੀਂ ਬਣੇਗਾ, ਸਟੇਜ ਸਾਂਝੀ ਨਹੀਂ ਕਰੇਗਾ, ਪ੍ਰੈਸ ਬਾਈਟ ਨਹੀਂ ਦੇਗਾ। ਅਗਰ ਕਿਸੇ ਨੂੰ ਇਹ ਮਨਜ਼ੂਰ ਆ ਤੇ ਆ ਸਕਦੇ ਆ, ਅਗਰ ਨਹੀਂ ਤਾਂ ਆਪਦਾ ਵੱਖਰਾ ਪ੍ਰੋਟੈਸਟ ਕਰ ਸਕਦੇ ਆ। ਹੁਣ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਜਿੱਦੇ ਪੂਰੇ ਪੰਜਾਬ ਦੇ ਅੰਦਰ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਸੀ, ਉੱਦੇ ਇਹਨਾਂ ਨੇ ਕਿਸੇ ਨੇ ਵਿਰੋਧ ਨਹੀਂ ਕੀਤਾ। ਅਸੀਂ ਕੁਝ ਜਥੇਬੰਦੀਆਂ ਨੇ ਹੋਕਾ ਦਿੱਤਾ, ਲੋਕਾਂ ਨੇ ਵਿਰੋਧ ਕੀਤਾ, ਅਸੀਂ ਨਹੀਂ ਕੀਤਾ ਵਿਰੋਧ ਉਦੋਂ ਵੀ ਪਬਲਿਕ ਨੇ ਕੀਤਾ, ਜਨਤਾ ਨੇ ਕੀਤਾ ਹੈ। ਔਰ ਇਹਨਾਂ ਨੂੰ ਇਹ ਵੀ ਲੱਗਿਆ ਵੀ ਲੋਕ ਤਾਂ ਅੱਜ ਵੀ ਅਸੀਂ ਨਾ ਚਾਹੀਏ ਭਾਵੇਂ, ਲੋਕ ਤਾਂ ਫਿਰ ਵੀ ਮਤਲਬ ਇਹਨਾਂ ਦੇ ਨਾਲ ਖੜੇ ਨੇ, ਬੀਜੇਪੀ ਦੇ ਖਿਲਾਫ ਖੜੇ ਨੇ। ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਾਅਦ ਵੀ MSP ਦੀ ਗਰੰਟੀ ਲੈਣ ਲਈ ਲੋਕ ਲੜਾਈ ਲੜ ਰਹੇ ਨੇ। ਤਾਂ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਲੱਗਿਆ ਕਿ ਕਿਉਂ ਨਾ ਮਤਲਬ ਉਹਨਾਂ ਦੇ ਵਿੱਚ ਹੀ ਖੜਿਆ ਜਾਏ। ਪਰ ਇਹ ਸਾਡੇ ਲਈ ਤਾਂ ਇੱਕ ਸਵਾਲ ਹੈ ਨਾ, ਸਾਡੇ ਸਾਹਮਣੇ ਤਾਂ ਪੋਲੀਟੀਕਲ ਨੇ। ਜਿਵੇਂ ਤੁਸੀਂ ਲਖੀਮਪੁਰ ਦੀ ਘਟਨਾ ਦਾ ਵੀ ਇੱਕ ਮੰਗ, ਤੁਹਾਡੀ ਵੱਡੀ ਮੰਗ ਹੈ ਇਨਸਾਫ ਵਾਸਤੇ, ਪਰ ਦੂਜੇ ਪਾਸੇ ਯੂਪੀ ਸਰਕਾਰ ਤਾਂ ਕੁਝ ਕਿਸਾਨਾਂ ਨੂੰ ਨੋਮੀਨੇਟ ਕਰੀ ਜਾਂਦੀ ਹੈ ਕਿ ਕਿਸਾਨਾਂ ਨੇ ਉੱਥੇ ਜਿਹੜੀ ਜੋ ਵੀ ਇੱਥੇ ਮੌਤਾਂ ਹੋਈਆਂ, ਕਿਸਾਨ ਉਹਦੇ ਵਿੱਚ ਇਨਵੋਲਵ ਕਰਤੇ, ਨਾਮਜ਼ਦ ਕਰਤੇ। ਨਹੀਂ, ਉਹ ਇਹੀ ਤਾਂ ਮੈਂ ਬੇਨਤੀ ਕਰ ਰਿਹਾ ਜੀ, ਇਹੀ ਤਾਂ ਅਸੀਂ ਗੱਲ ਕਰ ਰਹੇ ਹਾਂ ਕਿ ਸਾਨੂੰ ਉੱਥੇ ਬਹਿ ਕੇ ਹਜੇ ਲੜਨਾ ਚਾਹੀਦਾ ਸੀ। ਅਸੀਂ ਆਪਦਾ ਪ੍ਰੈਸ਼ਰ ਕਮਜ਼ੋਰ ਕੀਤਾ, ਜਿਹਦੇ ਵਿੱਚ ਸਾਡੇ ਉਹਨਾਂ ਲੋਕਾਂ ਨੂੰ ਮਤਲਬ ਸਜ਼ਾਵਾਂ ਮਿਲ ਰਹੀਆਂ, ਲੋਕਾਂ ਨੂੰ ਤਕਲੀਫ ਮਿਲ ਰਹੀ ਹੈ। ਉਹਦਾ ਹੱਲ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਵੱਡੀ ਪੱਧਰ ਦੇ ਉੱਤੇ ਖੜਾ ਕਰੀਏ, ਫਿਰ ਲੜੀਏ ਔਰ ਫਿਰ ਮਤਲਬ ਬੀਜੇਪੀ ਨੂੰ ਮਤਲਬ ਹੱਥਾਂ ਪੈਰਾਂ ਦੀ ਪਾਈਏ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਰੋਲ ਜਿਹੜੀਆਂ ਤੁਹਾਡੀ ਜਥੇਬੰਦੀਆਂ, ਜਿਵੇਂ ਤੁਸੀਂ ਹੋਏ, ਸਿੱਧੂਪੁਰ ਵਾਲੇ ਹੋਏ, ਉਗਰਾਹਾਂ ਹੋਏ, ਜੇ ਕੋਈ ਵੱਡਾ ਅੰਦੋਲਨ ਕਰਨਾ ਪਿਆ, ਤਿਆਰ ਹੋ? ਬਿਲਕੁਲ 100% ਅਸੀਂ ਤੇ ਪ੍ਰੋਗਰਾਮ ਦੇ ਰਹੇ ਹਾਂ। ਕੱਲ੍ਹ ਨੂੰ ਜਿਹੜਾ 31 ਦਾ ਪ੍ਰੋਗਰਾਮ ਦਿੱਤਾ ਉਹ ਅਸੀਂ ਉਹ ਦਿੱਤਾ, ਸਾਰਿਆਂ ਨੇ ਰਲ ਕੇ SKM ਨੇ ਦਿੱਤਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਦਬਾਅ ਥੱਲੇ ਆ ਕੇ ਕਾਨੂੰਨ ਰੱਦ ਕੀਤੇ ਨੇ, ਸਰਕਾਰ ਦੇ ਉੱਤੇ ਇੱਕ ਪ੍ਰੈਸ਼ਰ ਸੀਗਾ ਕਿ ਜਿਸ ਤਰੀਕੇ ਦੇ ਨਾਲ ਅਸੀਂ 22 ਇਲੈਕਸ਼ਨਾਂ ਹਾਰੇ ਹਾਂ, ਇਹਨਾਂ 5 ਸਟੇਟਾਂ 'ਚੋਂ ਹਾਰਾਂਗੇ, ਇਹਦੇ ਕਰਕੇ ਕਾਨੂੰਨ ਰੱਦ ਹੋਏ ਨੇ। ਔਰ ਅਗਰ ਅਸੀਂ ਉਹ ਪ੍ਰੈਸ਼ਰ ਦੁਬਾਰਾ ਬੈਲਟ ਕਰ ਗਏ ਇਹਨਾਂ ਚੋਣਾਂ ਦੇ ਵਿੱਚ, ਲੱਗਿਆ ਸਰਕਾਰ ਨੂੰ ਕਿ ਅਗਰ ਇਹਨਾਂ ਦਾ ਮਤਲਬ ਜਿਹੜਾ ਮਿਸ਼ਨ UP ਹੈ ਇਹ ਸਾਡਾ ਨੁਕਸਾਨ ਕਰ ਰਿਹਾ, ਸਰਕਾਰ ਨੂੰ ਮਜਬੂਰ ਕਰ ਦਿਆਂਗੇ। ਸਰਕਾਰ ਮਤਲਬ ਇਹ MSP ਦੀ ਗਰੰਟੀ ਦਾ ਕਾਨੂੰਨ ਵੀ ਦੇਵੇ, ਕਮੇਟੀ ਬਣਾਵੇ ਔਰ ਸਾਡੇ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਕਰੇ, ਔਰ ਨਾਲ ਦੀ ਨਾਲ ਜਿਹੜੇ ਸਾਡੇ ਕਿਸਾਨਾਂ ਦੇ ਪਰਚੇ ਉਹ ਰੱਦ ਕਰੇ। ਉਹ ਸਾਡੀ ਲੜਾਈ ਉਸ ਗੱਲ ਦੇ ਉੱਤੇ, ਉਹਨਾਂ ਮੰਗਾਂ ਦੇ ਉੱਤੇ ਹਜੇ ਕਾਇਮ ਹੈ ਔਰ ਲੜ ਰਹੇ ਹਾਂ ਅਸੀਂ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਜਗਜੀਤ ਸਿੰਘ ਡੱਲੇਵਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜੇ ਪੰਜਾਬ ਪ੍ਰਧਾਨ ਨੇ। ਤਾਂ ਸਿੱਧੇ ਤੌਰ 'ਤੇ ਕਿਉਂਕਿ ਲੋਕਾਂ ਦਾ ਵੱਡਾ ਸਵਾਲ ਸੀਗਾ, ਜਿਹੜੀਆਂ ਕੁਝ ਜਥੇਬੰਦੀਆਂ ਜਿਹੜੀਆਂ ਸਿਆਸਤ ਦੇ ਵਿੱਚ ਉਤਰੀਆਂ, ਉਹਨਾਂ ਨੇ SSM ਜਿਹੜਾ ਸੰਯੁਕਤ ਸਮਾਜ ਮੋਰਚਾ ਜਿਹੜਾ ਬਣਾਇਆ, ਅਤੇ ਦੂਜੇ ਪਾਸੇ SKM ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਨੇ ਅੰਦੋਲਨ ਜਿਹੜਾ ਉੱਥੇ ਚਲਾਇਆ ਦਿੱਲੀ ਦੇ ਵਿੱਚ। ਲੋਕਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਇਹ ਸਵਾਲ ਸੀਗਾ ਕਿ ਇਹ ਦੋਨੇ ਅੰਦਰੋਂ ਇਕੱਠੀਆਂ, ਪਰ ਉਹਨਾਂ ਨੇ ਸਿੱਧੇ ਤੌਰ 'ਤੇ ਸਾਫ਼ ਕਰ ਦਿੱਤਾ ਕਿ SKM SSM ਦਾ ਬਿਲਕੁਲ ਹਿੱਸਾ ਨਹੀਂਗਾ। ਅਤੇ ਜਿਹੜਾ ਇੱਕ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੈਂਡਿੰਗ ਕੇਂਦਰ ਸਰਕਾਰ ਨੇ ਕਿਹਾ ਸੀ ਪੂਰਤੀ ਕਰਾਂਗੇ, ਉਹਨਾਂ ਨੂੰ ਦੁਬਾਰਾ ਕੇਂਦਰ ਸਰਕਾਰ ਨੂੰ ਜਗਾਉਣ ਲਈ 31 ਜਿਹੜਾ ਜਨਵਰੀ ਨੂੰ ਵੱਡਾ ਜਿਹੜਾ ਪ੍ਰਦਰਸ਼ਨ ਕਰ ਰਿਹਾ ਹੈ ਕੇਂਦਰ ਸਰਕਾਰ ਦੇ, ਇਸ ਦੇ ਵਿੱਚ ਜਿਹੜੇ ਪੁਤਲੇ ਵੀ ਫੂਕੇ ਜਾਣਗੇ। ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ, ਕਿਉਂਕਿ ਸਿੱਧੇ ਤੌਰ 'ਤੇ ਇਹਨਾਂ ਨੇ ਕਿਹਾ ਕਿ SM ਜਿਹੜਾ ਸੰਯੁਕਤ ਸਮਾਜ ਮੋਰਚਾ ਉਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਬਣੇਗਾ। ਅਗਰ
ਕੱਲ ਨੂੰ ਉਹਨਾਂ ਦੇ ਰੋਸ ਪ੍ਰਦਰਸ਼ਨ ਦੇ ਵਿੱਚ ਉਹਨਾਂ ਨੇ ਸ਼ਾਮਲ ਹੋਣਾ ਤਾਂ ਸਿਰਫ ਤੇ ਸਿਰਫ ਜਿਹੜਾ ਬਿਨਾਂ ਆਪਦੇ ਝੰਡਿਆਂ ਤੋਂ ਸ਼ਾਮਲ ਹੋ ਸਕਦੇ ਆ। ਹਾਲਾਂਕਿ ਉਹ ਆਪ ਦਾ ਜਿਹੜਾ ਪ੍ਰਦਰਸ਼ਨ ਹੈ ਵੱਖਰਾ ਕਰ ਸਕਦੇ ਜੇ ਆਪਦੇ ਝੰਡਿਆਂ ਨਾਲ ਕਰਨਾ। ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੱਲ ਨੂੰ ਜਿਹੜਾ ਕਿਸ ਤਰੀਕੇ ਦਾ ਜਿਹੜਾ ਇਹਨਾਂ ਦਾ ਰੋਸ ਪ੍ਰਦਰਸ਼ਨ ਰਹਿਣ ਵਾਲਾ ਹੈ ਔਰ ਕੇਂਦਰ ਸਰਕਾਰ ਜਿਹੜੀਆਂ ਰਹਿੰਦੀਆਂ ਮੰਗਾਂ ਕਿਸਾਨਾਂ ਦੀ ਉਹ ਪੂਰਤੀ ਕਰਦੀ ਹੈ ਜਾਂ ਨਹੀਂ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।